ਜੇਕਰ ਆਪਾਂ ਰਸਾਇਣਕ ਖੇਤੀ ਵਿੱਚੋਂ ਰਸਾਇਣਾਂ ਨੂੰ ਬਾਹਰ ਕੱਢੀਏ ਤਾਂ ਸਾਡੀ ਖੇਤੀ ਨੂੰ ਕੋਈ ਫਰਕ ਨਹੀਂ ਪੈਂਦਾ। ਦੂਜੇ ਪਾਸੇ ਜੇ ਕੁਦਰਤੀ ਖੇਤੀ ਵਿੱਚੋਂ ਕੁਦਰਤ ਨੂੰ ਬਾਹਰ ਕੱਢੀਏ ਇਹ ਕੀ ਹੋਊਗਾ? ਇਹ ਤਾਂ ਕੁਝ ਨਹੀਂ ਵਿਗੜਨਾ ਨਾ। ਇਹ ਜਿਹੜੀ ਖੇਤੀ ਆ ਇਹ ਬਾਈ ਸੈਲਫ ਐਕਸਪਲੇਨੇਟਰੀ ਆ, ਆਪਣੇ ਆਪ ਦੇ ਵਿੱਚ ਹੀ ਸਪਸ਼ਟ ਆ ਵੀ ਹੈ ਇਹ ਕੁਦਰਤੀ, ਕੁਦਰਤ ਤੋਂ ਬਿਨਾਂ ਨਹੀਂ ਚੱਲਣੀ ਹੈਗੀ। ਜਿਸ ਤਰ੍ਹਾਂ ਆਪਾਂ ਐਗਜ਼ਾਮਪਲ ਲੈ ਲੈਂਦੇ ਆ ਸ਼ੂਗਰ ਕੇਨ ਦੀ ਜਾਂ ਗੰਨੇ ਦੀ। ਜਿਹੜਾ ਗੰਨਾ ਉਹ ਵਰਟੀਕਲੀ ਗਰੋ ਕਰਦਾ, ਉੱਪਰ ਨਹੀਂ ਜਾਂਦਾ ਨਾ। ਖੀਰਾ, ਘੀਆ, ਖਰਬੂਜਾ ਹੋਣਾ ਉਹ ਲੰਮੇ ਪਏ ਹੌਰੀਜ਼ੌਨਟਲੀ ਗਰੋ ਕਰਦੇ ਆ। ਜੇਕਰ ਕੁਦਰਤ ਚਾਹੁੰਦੀ ਤਾਂ ਗੰਨੇ ਨੂੰ ਵੀ ਲੰਮਾ ਪਾ ਸਕਦੀ ਸੀ। ਜਿਹੜੀ ਖੇਤੀ ਆ ਕੁਦਰਤੀ ਵਰਤਾਰਾ, ਜਿੰਨਾ ਆਪਾਂ ਕੁਦਰਤ ਨਾਲ ਸਹਿਯੋਗ ਕਰਾਂਗੇ ਉਨੀ ਖੇਤੀ ਵਧੀਆ ਹੋਊਗੀ। ਕੁਦਰਤੀਕਰਨ ਤਦ ਹੀ ਹੋਊਗਾ ਜੇਕਰ ਆਪਾਂ ਜਿਹੜੇ ਜੀਵਨ ਦੇ 5 ਤੱਤ ਆ, ਯਾਨੀ ਕਿ ਭਗਵਾਨ ਕੀ ਹੈ? ਭੱਬੇ ਤੋਂ ਭੂਮੀ, ਧਰਤੀ, ਗੱਗੇ ਤੋਂ ਗਗਨ ਆਕਾਸ਼, ਵਾਵੇ ਤੋਂ ਵਾਯੂ ਹਵਾ, ਐੜੇ ਤੋਂ ਅਗਨੀ ਸੂਰਜ, ਨੰਨੇ ਤੋਂ ਨੀਰ। ਯਾਨੀ ਕਿ 5 ਤੱਤਾਂ ਸਮੇਲ ਕੀ ਆ? ਹਾਂ, 5 ਤੱਤਾਂ ਸਮੇਲ ਕੀ ਆ? ਭਗਵਾਨ। ਕਣਕ ਆਪਾਂ ਤਿਆਰ ਕੀਤੀ ਕੈਮੀਕਲ ਯੂਜ਼ ਕਰਕੇ, ਤਾਂ ਯੂਰੀਆ, DAP, ਉਹ ਇਹ ਸਾਰਾ ਕੁਝ ਉਹਦੇ ਵਿੱਚ ਜਿਹੜੀ ਕਣਕ ਤਾਂ ਆਪਾਂ ਨੂੰ ਦਿਖਾਈ ਦਿੰਦੀ ਹੈ, ਪਰ ਉਹਦੇ ਵਿੱਚ ਉਹ ਤੱਤ ਮੌਜੂਦ ਨਹੀਂ ਜੋ ਨੇਚਰ ਨੇ ਤਿਆਰ ਕਰਨੇ, ਕੁਦਰਤ ਨੇ ਤਿਆਰ ਕਰਨੇ ਸੀਗੇ। ਉਹਦੇ ਨਾਲ ਕੀ ਹੋਊਗਾ? ਯਾਨੀ ਜਿਸ ਵੇਲੇ ਆਪਾਂ ਖਾਵਾਂਗੇ ਸਾਡੀ ਬੋਡੀ ਉਹਦੇ ਵਿੱਚ ਘਾਟ ਆਊਗੀ ਉਸ ਤੱਤ ਦੀ, ਫਿਰ ਆਪਾਂ ਬਿਮਾਰ ਹੋਵਾਂਗੇ ਤਾਂ ਘਾਟ ਆਵਾਂਗੇ। ਇਹ ਬਿਮਾਰ ਹੋਵਾਂਗੇ ਤਾਂ ਉਹ ਜਿਹੜਾ ਇਸ ਵੇਲੇ ਵਰਤਾਰਾ ਕੀ ਆ ਵੀ 5 ਸਟਾਰ ਹਸਪੀਟਲ ਤਿਆਰ ਹੋ ਰਹੇ ਆ। ਆਪਾਂ ਦੇਖਦੇ ਵੱਡੇ ਵੱਡੇ ਹਸਪੀਟਲ ਤਿਆਰ ਹੋ ਰਹੇ ਆ। ਆਪਾਂ ਦੇਖਦੇ ਵੱਡੇ ਸ਼ਹਿਰਾਂ ਦੇ ਵਿੱਚ, ਈਵਨ ਕਸਬਿਆਂ ਦੇ ਵਿੱਚ, ਪਰ ਬਿਮਾਰੀਆਂ ਹੋਰ ਵਧੀ ਜਾਂਦੀਆਂ ਹੈ ਨਾ। ਰੂਟ ਕਾਜ਼ ਕੀ ਆ? ਇਹ ਆਪਣਾ ਜਿਹੜਾ ਭੋਜਨ ਆ ਉਹ ਜ਼ਹਿਰ ਯੁਕਤ ਹੋ ਗਿਆ, ਸਾਡੀ ਹਵਾ ਉਹ ਜ਼ਹਿਰ ਯੁਕਤ ਹੋ ਗਈ, ਸਾਡਾ ਜਿਹੜਾ ਪਾਣੀ ਆ ਉਹ ਪ੍ਰਦੂਸ਼ਿਤ ਹੋ ਗਿਆ, ਮਿੱਟੀ ਪ੍ਰਦੂਸ਼ਿਤ ਹੈ, ਸਾਰਾ ਕੁਝ ਭੋਜਨ ਇਹਨੂੰ ਜਿਸ ਵੇਲੇ ਆਪਾਂ ਜੇ ਹੱਲ ਕਰਨਾ ਹੈਗਾ ਤਾਂ ਆਪਾਂ ਨੂੰ ਜਿਹੜਾ ਖੇਤੀ ਦਾ ਕੁਦਰਤੀਕਰਨ ਉੱਤੇ ਆਉਣਾ ਪਊਗਾ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ, ਜੇ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਵੀ ਖੇਤੀ ਤੇ ਡਿਪੈਂਡ ਕਰਦਾ। ਤੇ ਜੇ ਅੱਜ ਕਮਿਸ਼ਨ ਦੀ ਗੱਲ ਕਰਦੇ, ਇੱਕ ਮਿਸ਼ਨ ਸ਼ੁਰੂ ਕੀਤਾ ਗਿਆ ਪੰਜਾਬ ਦੇ ਕਿਸਾਨਾਂ ਵੱਲੋਂ ਜੋ ਖੇਤੀ ਕੁਦਰਤੀਕਰਨ ਦੀ ਗੱਲ ਕਰਦਾ, ਕੀ ਅਸਲ 'ਚ ਇਹ ਮਿਸ਼ਨ ਹੈ? ਕਿਉਂਕਿ ਖੇਤੀ ਦਾ ਕੁਦਰਤੀਕਰਨ ਕਰਨਾ ਇੱਕ ਬਹੁਤ ਵੱਡੀ ਗੱਲ ਆ। ਗੱਲ ਕੀਤੀ ਜਾਂਦੀ ਹੈ ਕਿ ਖੇਤੀ ਕੁਦਰਤੀ ਚੀਜ਼ ਆ, ਪਰ ਜੋ ਮਿਸ਼ਨ ਦੇ ਸੰਸਥਾਪਕ ਨੇ ਅਵਤਾਰ ਸਿੰਘ, ਉਹ ਕਹਿ ਰਹੇ ਨੇ ਕਿ ਖੇਤੀ ਦਾ ਕੁਦਰਤੀਕਰਨ ਕੀਤਾ ਜਾ ਰਿਹਾ ਕਿਉਂਕਿ ਖੇਤੀ ਹੁਣ ਕੁਦਰਤੀ ਨਹੀਂ ਰਹੀ। ਕੀ ਅਸਲੀ ਗੱਲ ਆ, ਜਾਣਦੇ ਆ ਅਵਤਾਰ ਸਿੰਘ ਸਾਡੇ ਨਾਲ ਨੇ। ਸੋ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਮੌਕਾ ਦਿੱਤਾ। ਨਵੀਂ ਗੱਲ ਕਰ ਰਹੇ ਹੋ, ਖੇਤੀ ਕੁਦਰਤੀਕਰਨ ਮਿਸ਼ਨ ਸ਼ੁਰੂ ਕੀਤਾ, ਅਸਲ 'ਚ ਇਹ ਹੈ ਕੀ ਹੈ? ਕਿਉਂਕਿ ਬਹੁਤੇ ਲੋਕਾਂ ਨੂੰ ਇਹ ਲੱਗਦਾ ਅੱਜ ਵੀ ਖੇਤੀ ਕੁਦਰਤੀ ਹੀ ਹੈ। ਇਹ ਗੱਲ ਤੁਹਾਡੇ ਵੱਲੋਂ ਨਵੀਂ ਕੀਤੀ? ਹਾਂ ਬਿਲਕੁਲ, ਇਹ ਡਿਫਰੈਂਸ਼ੀਏਟ ਕਰਨ ਦੀ ਜ਼ਰੂਰਤ ਹੈਗੀ ਆ, ਇਹਦੇ 'ਚ ਵਖਰੇਵਾਂ ਲਿਆਉਣ ਦੀ ਜ਼ਰੂਰਤ ਹੈ। ਅਤੇ ਜਿਹੜੀ ਖੇਤੀ ਆ ਉਹਨੂੰ ਲੋਕਾਂ ਨੇ 2 ਹਿੱਸਿਆਂ 'ਚ ਵੰਡ ਲਿਆ। ਇੱਕ ਨੂੰ ਕਹਿਣ ਲੱਗ ਪਿਆ ਕੁਦਰਤੀ ਖੇਤੀ, ਔਰ ਦੂਜੀ ਨੂੰ ਕਹਿਣ ਲੱਗ ਪਿਆ ਰਸਾਇਣਕ ਖੇਤੀ। ਹੁਣ ਜੇਕਰ ਆਪਾਂ ਰਸਾਇਣਕ ਖੇਤੀ ਵਿੱਚੋਂ ਰਸਾਇਣਾਂ ਨੂੰ ਬਾਹਰ ਕੱਢੀਏ ਤਾਂ ਸਾਡੀ ਖੇਤੀ ਨੂੰ ਕੋਈ ਫਰਕ ਨਹੀਂ ਪੈਂਦਾ। ਦੂਜੇ ਪਾਸੇ ਜੇ ਕੁਦਰਤੀ ਖੇਤੀ ਵਿੱਚੋਂ ਕੁਦਰਤ ਨੂੰ ਬਾਹਰ ਕੱਢੀਏ ਫਿਰ ਕੀ ਹੋਊਗਾ? ਇਹ ਤਾਂ ਕੁਝ ਨਹੀਂ ਵਿਗੜਨਾ ਨਾ। ਅਤੇ ਕਹਿਣ ਦਾ ਮਤਲਬ ਕੀ ਆ, ਮੈਂ ਇੱਦਾਂ ਕਿਉਂ ਕਿਹਾ? ਕਿਉਂਕਿ ਜਿਹੜੀ ਖੇਤੀ ਆ ਇਹ ਬਾਈ ਸੈਲਫ ਐਕਸਪਲੇਨੇਟਰੀ ਆ, ਆਪਣੇ ਆਪ ਦੇ ਵਿੱਚ ਹੀ ਸਪਸ਼ਟ ਆ ਵੀ ਹੈ ਇਹ ਕੁਦਰਤੀ, ਕੁਦਰਤ ਤੋਂ ਬਿਨਾਂ ਨਹੀਂ ਚੱਲਣੀ ਹੈਗੀ। ਅਤੇ ਇਸ ਕਰਕੇ ਜਿਹੜੀ ਖੇਤੀ ਨੂੰ ਕੁਦਰਤੀ ਖੇਤੀ ਕਹਿਣਾ ਗਲਤ ਇਹ ਨੋਮਨਕਲੇਚਰ ਹੈ। ਅਤੇ ਇੱਕ ਖੇਤੀ, ਦੂਜੀ ਰਸਾਇਣਕ ਖੇਤੀ। ਖੇਤੀ ਦਾ ਕੁਦਰਤੀਕਰਨ ਕਰਨ ਦੀ ਜ਼ਰੂਰਤ ਹੈ। ਖੇਤੀ ਦੇ ਨੈਚੁਰਲਾਈਜੇਸ਼ਨ ਆਫ ਐਗਰੀਕਲਚਰ, ਖੇਤੀ ਦੇ ਕੁਦਰਤੀਕਰਨ ਤੋਂ ਕੀ ਭਾਵ ਆ? ਜਿਸ ਤਰ੍ਹਾਂ ਆਪਾਂ ਐਗਜ਼ਾਮਪਲ ਲੈ ਲੈਂਦੇ ਆ ਸ਼ੂਗਰ ਕੇਨ ਦੀ ਜਾਂ ਗੰਨੇ ਦੀ। ਜਿਹੜਾ ਗੰਨਾ ਉਹ ਵਰਟੀਕਲੀ ਗਰੋ ਕਰਦਾ, ਉੱਪਰ ਨਹੀਂ ਜਾਂਦਾ ਨਾ। ਖੀਰਾ, ਘੀਆ, ਖਰਬੂਜਾ ਹੋਣਾ ਉਹ ਲੰਮੇ ਪਏ ਹੌਰੀਜ਼ੌਨਟਲੀ ਗਰੋ ਕਰਦੇ ਆ। ਜੇਕਰ ਕੁਦਰਤ ਚਾਹੁੰਦੀ ਤਾਂ ਗੰਨੇ ਨੂੰ ਵੀ ਲੰਮਾ ਪਾ ਸਕਦੀ ਸੀ, ਪਰ ਲੰਮਾ ਨਹੀਂ ਪਾਇਆ ਉਹਨੇ, ਉਹਨੂੰ ਸਿੱਧਾ ਖੜਾ ਕੀਤਾ। ਜੇਕਰ ਜਿਹੜੀ ਖੇਤੀ ਆ ਕੁਦਰਤੀ ਵਰਤਾਰਾ, ਜਿੰਨਾ ਆਪਾਂ ਕੁਦਰਤ ਨਾਲ ਸਹਿਯੋਗ ਕਰਾਂਗੇ ਉਨੀ ਖੇਤੀ ਵਧੀਆ ਹੋਊਗੀ। ਹੁਣ ਆਪਾਂ ਕਰਦੇ ਕੀ, ਆਪਾਂ ਗੰਨਾ ਵੱਢਦੇ ਹਾਂ, ਗੰਨਾ ਵੱਢ ਕੇ ਲੰਮਾ ਪਾਉਣ ਲੱਗ ਪੈਂਦੇ, ਕਨਵੈਨਸ਼ਨਲ ਮੈਥਡ ਇਹੀ ਹੈ ਨਾ। ਅਤੇ ਉਹਦੇ ਨਾਲ ਕੀ ਹੁੰਦਾ ਵੀ ਐਟ ਦੀ ਫਸਟ ਵੀ ਆਰ ਅਗੇਂਸਟ ਦੀ ਵਿਲ ਆਫ ਨੇਚਰ। ਆਪਾਂ ਕੁਦਰਤ ਨਾਲ ਪਹਿਲੇ ਸਟੈਪ ਦੇ ਉੱਤੇ ਹੀ, ਪਹਿਲੇ ਕਦਮ ਉੱਤੇ ਟਕਰਾਅ 'ਚ ਆ ਜਾਂਦੇ ਹਾਂ। ਕੁਦਰਤ ਨੇ ਗੰਨਾ ਖੜਾ ਕੀਤਾ, ਆਪਾਂ ਲੰਮਾ ਪਾਤਾ ਕਨਵੈਨਸ਼ਨਲ ਮੈਥਡ ਨਾਲ। ਅਤੇ ਆਪਾਂ ਕੀ ਕਰਨਾ ਹੈਗਾ ਵੀ ਗੰਨੇ ਨੂੰ ਸਿੱਧਾ ਖੜਾ ਕਰਨਾ। ਫਿਰ ਜਿਹੜੀ ਨੇਚਰ ਆ ਉਹਨੇ ਤੁਹਾਡੇ ਕੁਛ ਨਹੀਂ ਛੁਪਾਇਆ ਹੁੰਦਾ, ਸਾਰਾ ਕੁਝ ਤੁਹਾਡੇ ਸਾਹਮਣੇ ਆ। ਹੁਣ ਜਿਹੜੇ ਪੱਤੇ ਆ ਉਹ ਫੂਡ ਫੈਕਟਰੀ ਆਫ ਦੀ ਪਲਾਂਟ ਆ। ਪੱਤਿਆਂ ਵਿੱਚ ਖੁਰਾਕ ਤਿਆਰ ਹੋਈ, ਖੁਰਾਕ ਤਿਆਰ ਹੋ ਕੇ ਉਹ ਗੰਨੇ ਜਮ੍ਹਾਂ ਹੋਈ, ਉੱਪਰੋਂ ਥੱਲੇ ਨੂੰ ਆਈ ਨਾ। 2 ਤਰ੍ਹਾਂ ਮੂਵ ਕੀਤੀ ਇਹਨੂੰ, ਟਰਾਂਸਲੋਕੇਸ਼ਨ ਅਤੇ ਗ੍ਰੈਵੀਟੇਸ਼ਨਲ ਫੋਰਸ ਦੇ ਨਾਲ। ਅਤੇ ਗੰਨੇ ਦੀ ਬਣਤਰ ਕੀ ਆ? ਪੋਰੀ ਗੰਢ ਯਾਨੀ ਕਿ ਨੋਡ, ਇੰਟਰਨੋਡ। ਹਰੇਕ ਨੋਡ ਦੇ ਉੱਤੇ ਇੱਕ ਵੱਡ ਲੱਗੀ ਹੁੰਦੀ, ਅੱਖ ਲੱਗੀ ਹੁੰਦੀ ਹੈ। ਜਿਹੜੀ ਨੋਡ ਆ ਉਹਦੇ ਵਿੱਚ ਖੁਰਾਕ ਜਮ੍ਹਾਂ ਹੋ ਗਈ, ਜਿਹੜੀ ਪੱਤਿਆਂ ਨੇ ਤਿਆਰ ਕੀਤੀ ਬਾਈ ਫੋਟੋਸਿੰਥੇਸਿਸ। ਅੱਛਾ, ਉਹਦੀ ਖੁਰਾਕ ਆ ਜਮ੍ਹਾਂ ਹੋਈ, ਉਹ ਜਿਹੜੀ ਵੱਡ ਲੱਗੀ ਨਾ ਅੱਖ ਆ, ਉਹਦੀ ਪ੍ਰੋਪੇਗੇਸ਼ਨ ਵਾਸਤੇ, ਉਹਦੀ ਵੰਸ਼ਵਾਧੇ ਲਈ ਆ ਕੁਦਰਤ ਨੇ ਦਿੱਤੀ। ਸਾਡੀ ਖੰਡ ਖੁੰਡ ਨਹੀਂ ਮਤਲਬ ਹੈਗਾ ਨੇਚਰ ਨੂੰ ਕੋਈ ਵੀ। ਅਤੇ ਆਪਾਂ ਕਰਨਾ ਕੀ ਆ ਕਿ ਆਪਾਂ ਬਿਲਕੁਲ ਯਾਨੀ ਕਿ ਜਿਹੜਾ ਨਾ ਨੋਡ ਆ ਉਹ ਤੋਂ ਅੱਧਾ ਕੁ ਇੰਚੀ ਥੱਲੇ ਜਾਂ ਇੰਚੀ ਥੱਲੇ ਆਪਾਂ ਨੂੰ ਕੱਟ ਕੇ ਉੱਪਰਲਾ ਪੋਰਸ਼ਨ ਜਿੰਨਾ ਵੀ ਰਹਿੰਦਾ ਰਹਿ ਜਾਵੇ ਉਹਦਾ ਨਹੀਂ ਬੋਦਰ ਕਰਨਾ। ਉਹ ਸਿੱਧਾ ਖੜਾ ਕਰ ਦੇ ਗੰਨੇ ਨੂੰ।
ਤੇ ਇਹਦੇ ਵਿੱਚ ਕੀ ਹੈਗਾ, ਕੁਦਰਤੀਕਰਨ ਦੇ ਵਿੱਚ ਗੰਨੇ ਨੂੰ ਬੰਨ੍ਹਦੇ ਨਹੀਂ, ਕਿਉਂਕਿ ਹਾਂ ਆਪਣੇ ਵੱਲੋਂ ਕੋਈ ਇਦਾਂ ਦਾ ਨਹੀਂ ਕੰਮ ਕਰਦੇ। ਵੀ ਆਰ ਡੈਡਲੀ ਅਗੇਂਸਟ ਪ੍ਰੋਪਿੰਗ ਅਪ। ਉਹਦੇ ਨਾਲ ਜਿਹੜਾ ਹੈਗਾ ਇਹਨੂੰ ਜਿਹੜਾ ਖੜਾ ਕਿੱਦਾਂ ਰੱਖਣਾ, ਉਹ ਹੈਗਾ ਵੀ ਜਿਹੜਾ ਹੈਗਾ ਆਪਣਾ ਸ਼ੂਗਰ ਕੇਨ ਆ ਜਾਂ ਗੰਨਾ, ਉਹਦੇ ਵਿੱਚ ਯਾਨੀ ਕਿ ਨਾ ਮਜ਼ਬੂਤੀ ਹੋਣੀ ਚਾਹੀਦੀ ਹੈ। ਦੂਜਾ ਜਿਹੜਾ ਹੈਗਾ ਉਹਦਾ ਜੜ ਖੇਤਰ ਆ, ਉਹ ਬਹੁਤ ਮਜ਼ਬੂਤ ਹੋਣਾ ਚਾਹੀਦਾ, ਫਿਰ ਯਾਨੀ ਕਿ ਡਿੱਗੂਗਾ ਨਹੀਂ। ਕਿਉਂਕਿ ਦੋ ਤਰ੍ਹਾਂ ਜਿਹੜੀਆਂ ਫਸਲਾਂ ਡਿੱਗਦੀਆਂ, ਇੱਕ ਹੈਗੀ ਆ ਸਟੈਮ ਲੌਜਿੰਗ, ਦੂਜੀ ਹੈਗੀ ਰੂਟ ਲੌਜਿੰਗ। ਜਿਹੜਾ ਸਟੈਮ ਲੌਜਿੰਗ ਆ ਉਹ ਪੈਡੀ ਵਿੱਚ ਹੈਗਾ, ਝੋਨੇ 'ਚ, ਯਾਨੀ ਕਿ ਉਹ ਜੜ ਤੋਂ ਨਹੀਂ ਉਖੜਦਾ। ਕਣਕ, ਮੱਕੀ, ਕਪਾਹ, ਬਾਜਰਾ, ਬਾਕੀ ਹੋਰ ਜਿੰਨੀਆਂ ਫਸਲਾਂ ਲੱਗਦੀਆਂ ਆਪਣੇ ਖਿੱਤੇ ਦੀਆਂ, ਉਹ ਰੂਟ ਲੌਜਿੰਗ ਹੁੰਦੀ ਹੈ। ਅਤੇ ਜਿਹੜੀ ਰੂਟ ਲੌਜਿੰਗ ਆ, ਜਿੱਦਾਂ ਮੈਂ ਪਹਿਲਾਂ ਦੱਸਿਆ, ਉਹ ਆਪਾਂ ਰੋਕ ਸਕਦੇ ਹਾਂ। ਫਿਰ ਇਹਦੇ ਵਿੱਚ ਕੀ ਹੈਗਾ, ਕੁਦਰਤੀਕਰਨ ਤਦ ਹੀ ਹੋਊਗਾ ਜੇਕਰ ਆਪਾਂ ਜਿਹੜੇ ਜੀਵਨ ਦੇ 5 ਤੱਤ ਆ, ਯਾਨੀ ਕਿ ਭਗਵਾਨ ਕੀ ਹੈ, ਭੱਬੇ ਤੋਂ ਭੂਮੀ, ਧਰਤੀ, ਗੱਗੇ ਤੋਂ ਗਗਨ ਆਕਾਸ਼, ਵਾਵੇ ਤੋਂ ਵਾਯੂ ਹਵਾ, ਐੜੇ ਤੋਂ ਅਗਨੀ ਸੂਰਜ, ਨੰਨੇ ਤੋਂ ਨੀਰ। ਯਾਨੀ ਕਿ 5 ਤੱਤਾਂ ਸਮੇਲ ਕੀ ਆ, ਹਾਂ 5 ਤੱਤਾਂ ਸਮੇਲ ਕੀ ਆ, ਭਗਵਾਨ। ਇਹ ਜਿਹੜਾ ਭਗਵਾਨ ਆ ਨਾ, ਇਹਨਾਂ ਦਾ ਆਪਾਂ ਕਾਰਗਰ ਪ੍ਰਬੰਧ ਕਿੱਦਾਂ ਕਰਨਾ ਆਪਣੀ ਕਾਸ਼ਤਕਾਰੀ ਦੇ ਵਿੱਚ। ਜਦੋਂ ਇਹ ਕਾਸ਼ਤਕਾਰੀ ਵਿੱਚ ਪ੍ਰਬੰਧ ਕਰਨਾ ਆ ਗਿਆ ਤੇ ਨਾਲ ਹੀ ਨਾਲ ਆਪਣਾ ਆਰਗੈਨਿਕ ਮੈਟਰ ਪੂਰਾ ਹੋ ਗਿਆ, ਫਿਰ ਜਿਹੜਾ ਸਾਡੀ ਖੇਤੀ ਆ ਵਿਦਆਊਟ ਐਨੀ ਅਨਨੈਚੁਰਲ ਸਪੋਰਟ, ਕੁਛ ਨਹੀਂ ਪਾਉਣਾ ਬਾਹਰੋਂ, ਕੋਈ DAP ਨਹੀਂ, ਕੋਈ ਯੂਰੀਆ ਨਹੀਂ, ਜੋ ਬਾਜ਼ਾਰ 'ਚੋਂ ਮਿਲਦੀ ਚੀਜ਼ ਨਾ, ਕੋਈ ਜ਼ਰੂਰਤ ਨਹੀਂ ਹੈਗੀ। ਜਿਹੜੀ ਸਾਡੀ ਖੇਤੀ ਆ ਬਹੁਤ ਹੀ ਜ਼ਿਆਦਾ ਆਰਥਿਕ ਕਹਿ ਲਈਏ ਵੀ ਮਿਆਰ ਪੱਖ ਤੋਂ ਵੀ ਤੇ ਮਕਦਾਰ ਪੱਖ ਤੋਂ ਵੀ ਬਹੁਤ ਜ਼ਿਆਦਾ ਉੱਚੀ ਹੋ ਜਾਊਗੀ। ਖੇਤੀ ਉੱਚੀ ਹੋ ਰਹੀ ਹੈ ਅਵਤਾਰ ਜੀ, ਗੱਲ ਕੀਤੀ ਤਾਂ ਆਰਗੈਨਿਕ ਚੀਜ਼ਾਂ ਦੀ ਬਹੁਤ ਡਿਮਾਂਡ ਹੋ ਗਈ। ਹਰ ਕੋਈ ਆਉਂਦਾ, ਉਹ ਕਹਿ ਦਿੰਦਾ ਵੀ ਮੇਰੇ ਕੋਲ ਆਰਗੈਨਿਕ ਚੀਜ਼ਾਂ ਨੇ, ਲੋਕੀ ਆਮ ਵੀ ਵੇਚਦੇ ਨੇ। ਕੀ ਇਹ ਉਹੀ ਚੀਜ਼ ਆ? ਇਹ ਅਸਲ ਵਿੱਚ ਉਹ ਤੋਂ ਵੀ ਅੱਗੇ ਦੀ ਗੱਲ ਹੈ। ਹਾਂ, ਕਿ ਜਿਹੜਾ ਨਾ ਆਰਗੈਨਿਕ ਵਿੱਚ ਕੀ ਹੈਗਾ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਜਿਹੜਾ ਜੀਵਨ ਆ, ਜੀਵਨ ਨੂੰ ਨੇਚਰ ਕਿਸ ਤਰ੍ਹਾਂ ਪੈਦਾ ਕਰਦੀ ਹੈ, ਹੋਂਦ ਵਿੱਚ ਲੈ ਕੇ ਆਉਂਦੀ ਹੈ, ਅਤੇ ਕਿਸ ਤਰ੍ਹਾਂ ਉਹਨੂੰ ਅੱਗੇ ਚਲਾਉਂਦੀ ਹੈ। ਯਾਨੀ ਕਿ ਜੀਵਨ ਦਾ ਆਧਾਰ ਅਤੇ ਜੀਵਨ ਦਾ ਆਹਾਰ, ਦੋ ਚੀਜ਼ਾਂ ਨਾ। ਜੀਵਨ ਦਾ ਆਧਾਰ ਕੀ ਆ, 5 ਤੱਤ, ਉਹ ਜਿਹੜਾ ਭਗਵਾਨ ਦੀ ਆਪਾਂ ਗੱਲ ਕੀਤੀ ਹੈ। ਅਤੇ ਜਿਹੜਾ ਹੈਗਾ ਕੁਦਰਤ ਦੇ ਅਟੱਲ ਨਿਯਮਾਂ ਦੇ ਮੁਤਾਬਕ ਜੀਵਨ ਹੋਂਦ ਵਿੱਚ ਆਉਂਦਾ। ਜਿਸ ਵੇਲੇ ਹੋਂਦ ਵਿੱਚ ਆ ਗਿਆ, ਫਿਰ ਉਹਨੂੰ ਆਪਣਾ ਜੀਵਨ ਕਾਲ ਪੂਰਾ ਕਰਨ ਵਾਸਤੇ ਆਹਾਰ ਚਾਹੀਦਾ, ਖਾਣਾ, ਜੀਵਨ ਕਾਲ ਪੂਰਾ ਕਰਨ ਵਾਸਤੇ। ਅਤੇ ਉਹ ਆਹਾਰ ਜਿਹੜਾ ਅੱਗੇ ਫਿਰ ਜੀਵਨ ਹੈ, ਕਿ ਭੋਜਨ ਕੜੀ ਆ ਨਾ, ਕੋਈ ਸ਼ਾਕਾਹਾਰੀ ਆ, ਕੋਈ ਮਾਸਾਹਾਰੀ, ਕੋਈ ਦੋਨੋਂ ਚੀਜ਼ਾਂ ਖਾਈ ਜਾਂਦਾ। ਤਾਂ ਇਹ ਜਿਹੜੇ ਹੈਗੇ ਆ, ਇਹ ਕੁਦਰਤ ਦੇ ਅਟੱਲ ਨਿਯਮਾਂ ਦੇ ਮੁਤਾਬਕ ਤਿਆਰ ਹੁੰਦੇ ਆ ਸਾਰੇ। ਅਤੇ ਜਿਸ ਵੇਲੇ ਆਪਾਂ ਦਖਲ ਦਿੰਦੇ ਹਾਂ ਕੁਦਰਤ ਦੇ ਜਿਹੜੇ ਅਟੱਲ ਨਿਯਮ ਆ, ਉਹਨਾਂ ਦੇ ਵਿੱਚ ਆਪਾਂ ਯੂਰੀਆ ਪਾਉਂਦੇ, ਆਪਾਂ DA ਪਾਉਂਦੇ ਹਾਂ, ਹੋਰ ਕਈ ਕੈਮੀਕਲ ਪਾਉਂਦੇ ਹਾਂ, ਉਹਦੇ ਨਾਲ ਕੀ ਹੁੰਦਾ ਵੀ ਉਹਦੇ ਵਿੱਚ ਹਿਡਨ ਹੰਗਰ ਆਉਂਦੀ ਹੈ, ਜਿਹੜਾ ਆਪਾਂ ਨੂੰ ਉਪਜ ਮਿਲਦੀ ਹੈ। ਜੇ ਜਦੋਂ ਹਿਡਨ ਹੰਗਰ ਆਊਗੀ, ਜਿਹੜੀ ਆਪਾਂ ਮੰਨ ਲਓ ਵੀ ਕਣਕ ਆਪਾਂ ਤਿਆਰ ਕੀਤੀ ਕੈਮੀਕਲ ਯੂਜ਼ ਕਰਕੇ, ਇੱਦਾਂ ਯੂਰੀਆ, DAP, ਇਹ ਸਾਰਾ ਕੁਝ, ਉਹਦੇ ਵਿੱਚ ਜਿਹੜੀ ਕਣਕ ਤਾਂ ਆਪਾਂ ਨੂੰ ਦਿਖਾਈ ਦਿੰਦੀ ਹੈ, ਪਰ ਉਹਦੇ ਵਿੱਚ ਉਹ ਤੱਤ ਮੌਜੂਦ ਨਹੀਂ ਜੋ ਨੇਚਰ ਨੇ ਤਿਆਰ ਕਰਨੇ, ਕੁਦਰਤ ਨੇ ਤਿਆਰ ਕਰਨੇ ਸੀਗੇ। ਉਹਦੇ ਨਾਲ ਕੀ ਹੋਊਗਾ, ਯਾਨੀ ਜਿਸ ਵੇਲੇ ਆਪਾਂ ਖਾਵਾਂਗੇ, ਜਿਹੜੀ ਸਾਡੀ ਬੋਡੀ ਆ, ਉਹਦੇ ਵਿੱਚ ਘਾਟ ਆਊਗੀ ਉਸ ਤੱਤ ਦੀ, ਫਿਰ ਆਪਾਂ ਬਿਮਾਰ ਹੋਵਾਂਗੇ, ਜਦੋਂ ਘਾਟ ਆਵਾਂਗੇ, ਫਿਰ ਬਿਮਾਰ ਹੋਵਾਂਗੇ। ਅਤੇ ਉਹ ਜਿਹੜਾ ਇਸ ਵੇਲੇ ਵਰਤਾਰਾ ਕੀ ਆ ਵੀ 5 ਸਟਾਰ ਹੌਸਪੀਟਲ ਤਿਆਰ ਹੋ ਰਹੇ ਆ, ਆਪਾਂ ਦੇਖਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਈਵਨ ਕਸਬਿਆਂ ਦੇ ਵਿੱਚ, ਪਰ ਬਿਮਾਰੀਆਂ ਹੋਰ ਵਧੀ ਜਾਂਦੀਆਂ ਹੈ ਨਾ। ਰੂਟ ਕਾਜ਼ ਕੀ ਆ ਵੀ ਆਪਣਾ ਜਿਹੜਾ ਭੋਜਨ ਆ ਉਹ ਜ਼ਹਿਰ ਯੁਕਤ ਹੋ ਗਿਆ, ਸਾਡੀ ਹਵਾ ਉਹ ਜ਼ਹਿਰ ਯੁਕਤ ਹੋ ਗਈ, ਸਾਡਾ ਜਿਹੜਾ ਪਾਣੀ ਆ ਉਹ ਪ੍ਰਦੂਸ਼ਿਤ ਹੋ ਗਿਆ, ਮਿੱਟੀ ਪ੍ਰਦੂਸ਼ਿਤ, ਸਾਰਾ ਕੁਝ, ਭੋਜਨ, ਇਹ ਸਾਰਾ ਕੁਝ ਪ੍ਰਦੂਸ਼ਿਤ ਹੋ ਗਿਆ। ਇਹਨੂੰ ਜਿਸ ਵੇਲੇ ਆਪਾਂ ਜੇ ਹੱਲ ਕਰਨਾ ਹੈਗਾ ਤਾਂ ਆਪਾਂ ਨੂੰ ਜਿਹੜਾ ਖੇਤੀ ਦਾ ਕੁਦਰਤੀਕਰਨ ਉੱਤੇ ਆਉਣਾ ਪਊਗਾ। ਇਹੀ ਇੱਕ ਵਜ੍ਹਾ ਤੁਸੀਂ ਲਿਖਿਆ ਹੋਇਆ, ਸੰਪੂਰਨ ਖੇਤੀ ਪੂਰਨ ਰੋਜ਼ਗਾਰ, ਜ਼ਹਿਰ ਯੁਕਤੋ ਜ਼ਹਿਰ ਮੁਕਤ। ਇੱਕ ਸਫ਼ਰ, ਯਾਨੀ ਕਿ ਹੌਲੀ ਹੌਲੀ ਉੱਧਰ ਨੂੰ ਜਾ ਰਹੇ ਹਾਂ। ਪਹਿਲਾਂ ਕਿਸਾਨ ਬਚੂਗਾ, ਫਿਰ ਹੀ ਯਾਨੀ ਕਿ ਜਿਹੜਾ ਹੈਗਾ ਉਹ ਕੁਛ ਅੱਗੇ ਕਰ ਪਾਊਗਾ। ਜਿਸ ਵਕਤ ਇਹ ਗੱਲ ਸਮਝ ਆ ਗਈ, ਸੋਝੀ ਆ ਗਈ ਕਿਸਾਨ ਨੂੰ, ਤਾਂ ਜਿਹੜਾ ਛੋਟਾ ਕਿਸਾਨ ਆ ਉਹ ਸਮਾਜ ਦੀ ਜਾਨ ਆ ਔਰ ਪੰਜਾਬ ਦੀ ਸ਼ਾਨ ਬਣ ਜਾਊਗਾ। ਇਹੀ ਗੱਲ ਕੀਤੀ ਜਾਵੇ, ਪੰਜਾਬ ਦੀ ਸ਼ਾਨ ਬਣ ਜੂਗੀ ਤਾਂ ਖੇਤੀ ਪ੍ਰਧਾਨ ਸੂਬਾ ਹੀ ਗਿਣਿਆ ਗਿਆ ਪੰਜਾਬ। ਅੱਜ ਵੀ ਖੇਤੀ ਪ੍ਰਧਾਨ ਸੂਬਾ ਗਿਆ। ਸਮੇਂ ਦੀ ਸਰਕਾਰਾਂ ਹੋਣ, ਕਿਸੇ ਵੀ ਪਾਰਟੀ ਸਰਕਾਰ, ਉਹ ਗੱਲ ਤਾਂ ਕਰਦੀ ਖੇਤੀ ਬਦਲਾਵ ਦੀਆਂ, ਗੱਲ ਕਰਦੀਆਂ ਕਿ ਇਹਦੇ ਵਿੱਚ ਖੇਤੀ ਬਦਲਾਵ ਸੰਭਵ ਆ, ਜਿੱਦਾਂ ਅੱਜ ਨੂੰ ਤਾਂ ਕਣਕ ਝੋਨੇ 'ਚ ਹੀ ਲੋਕ ਰਹਿ ਗਏ। ਬਹੁਤ ਜ਼ਿਆਦਾ ਵਧੀਆ ਵੀ ਕੁਐਸਚਨ ਕੀਤਾ ਤੁਸੀਂ ਪੁੱਟੋ ਬਾਰੇ, ਯਾਨੀ ਕਿ ਇਹਦੇ ਵਿੱਚ ਸੰਭਾਵਨਾ ਵੀ ਬਹੁਤ ਜ਼ਿਆਦਾ ਹੈਗੀਆਂ। ਜਿਹੜੇ ਕਿਸਾਨੀ ਆ ਜਾਂ ਕਾਸ਼ਤਕਾਰੀ ਆ, ਉਹ ਤਦ ਹੀ ਲਾਹੇਮੰਦ ਹੋਊਗੀ। ਜਿਹੜਾ ਸਾਡਾ ਸਮਾਜ ਆ, ਉਹਨੂੰ ਤਦ ਹੀ ਉਹ ਭੋਜਨ ਮਿਲੂਗਾ ਜਿਹੜੀ ਉਹਦੀ ਯਾਨੀ ਕਿ ਜ਼ਰੂਰਤ। ਜਿੱਦਾਂ ਤੁਸੀਂ ਆਰਗੈਨਿਕ ਫੂਡ ਦੀ ਗੱਲ ਕੀਤੀ ਹੈਗੀ ਆ, ਆਰਗੈਨਿਕ ਭੋਜਨ ਤਦ ਹੀ ਤਿਆਰ ਹੋਊਗਾ ਜੇਕਰ ਆਪਾਂ ਕੁਦਰਤ ਦੇ ਜਿਹੜੇ ਅਸੂਲ ਆ ਨਾ ਉਹਨਾਂ 'ਤੇ ਚੱਲਾਂਗੇ, ਫਿਰ ਤਿਆਰ ਹੋਊਗਾ। ਅਤੇ ਉਹਦੇ ਨਾਲ ਕੀ ਹੋਊਗਾ, ਸਾਡੇ ਖੇਤੀ ਦੇ ਖਰਚੇ ਘਟੂਗੇ ਅਤੇ ਸਾਡਾ ਜਿਹੜੇ ਆਮਦਨ ਬਹੁਤ ਜ਼ਿਆਦਾ ਵਧੂਗੀ। ਜਦੋਂ ਖਰਚੇ ਘਟ ਗਏ, ਸਾਡੇ ਆਮਦਨ ਦੇ ਵਿੱਚ ਵਾਧਾ ਹੋ ਗਿਆ, ਤਾਂ ਫਿਰ ਉਹ ਜਿਹੜਾ ਹੈ ਕਿਸਾਨ ਹੈ, ਉਹ ਆਰਥਿਕ ਪੱਖ ਤੋਂ ਮਜ਼ਬੂਤ ਹੋ ਜਾਊਗਾ ਅਤੇ ਇਹਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਬਦਲਾਅ ਆਊਗਾ। ਅਤੇ ਜਿਹੜੀ ਸਾਡਾ ਜਿਹੜਾ ਇਸ ਖਿੱਤੇ ਦਾ ਖਾਣਾ ਹੈ ਜਾਂ ਉਪਜ ਆ, ਉਹ ਇਸ ਕਾਬਲ ਆਪਾਂ ਹੋ ਜਾਵਾਂਗੇ, ਆਪਾਂ ਵੀ ਕੈਨ ਐਕਸਪੋਰਟ। ਜੇ ਦੇਖਿਆ ਜਾਵੇ ਤਾਂ ਕਣਕ ਜਾਂ ਝੋਨੇ ਨਾਲ, ਜਦੋਂ ਹੁਣ ਮੌਸਮ ਚੱਲ ਰਿਹਾ, ਤਾਂ ਕਿਹੜੀ ਫਸਲ ਨਾਲ ਬੀਜੀ ਜਾ ਸਕਦੀ ਹੈ? ਬਹੁਤੇ ਕਿਸਾਨਾਂ ਨੂੰ ਨਹੀਂ ਪਤਾ।
ਨਹੀਂ, ਜਿਸ ਤਰ੍ਹਾਂ ਕਣਕ ਦੀ ਆਪਣੇ ਹੁਣ ਸੀਜ਼ਨ ਆਉਣਾ ਅੱਗੇ, ਝੋਨੇ ਵਿੱਚ ਤਾਂ ਆਪਾਂ ਨਹੀਂ ਬੀਜ ਸਕਦੇ ਹੈਗੇ, ਕਿਉਂਕਿ ਝੋਨੇ ਦਾ ਪੌਦਾ ਤੇ ਜਿਹੜੇ ਸਾਡੇ ਖਿੱਤੇ ਦੀ ਬਨਸਪਤੀ ਆ, ਇਹਦਾ ਜਿਹੜਾ ਮੁੱਢਲੀ ਜੜ ਖੇਤਰ ਦੀ ਮੁੱਢਲੀ ਜ਼ਰੂਰਤ ਹੈ, ਪੌਦੇ ਦੀ ਮੁੱਢਲੀ ਜ਼ਰੂਰਤ ਆ, ਉਹ ਇੱਕ ਦੂਜੇ ਤੋਂ ਬਿਲਕੁਲ ਉਲਟ ਆ। ਜਿਹੜਾ ਝੋਨੇ ਦਾ ਪੌਦਾ ਉਹਦਾ ਜੜ ਖੇਤਰ ਮੰਗ ਕਰਦਾ ਹੈਗਾ ਹਵਾ ਮੁਕਤ ਵਾਤਾਵਰਨ ਦੀ, ਜਿਹੜੇ ਸਾਡੇ ਖਿੱਤੇ ਦੀ ਬਨਸਪਤੀ ਦਾ ਕਣਕ, ਮੱਕੀ, ਕਪਾਹ, ਬਾਜਰਾ ਜੋ ਕੁਛ ਵੀ ਹੈਗਾ ਉਹ ਕਰਦਾ ਹਵਾ ਯੁਕਤ ਵਾਤਾਵਰਨ ਦੀ। ਤੇ ਇਸ ਕਰਕੇ ਜਿਹੜਾ ਹੈਗਾ ਸਾਡੇ ਖਿੱਤੇ ਦੀ ਬਨਸਪਤੀ ਹੈ, ਇਹਦੇ ਵਿੱਚ ਜਿਹੜਾ ਹੈਗਾ ਇੰਟਰਕ੍ਰੋਪਿੰਗ ਜਾਂ ਬੋਨਸ ਫਸਲਾਂ, ਉਹ ਰਲਵੀਆਂ ਫਸਲਾਂ ਉਹ ਆਪਾਂ ਲੈ ਸਕਦੇ ਹਾਂ ਸਾਰੀਆਂ। ਤੇ ਇਹਦੇ ਵਿੱਚ ਸਾਡਾ ਇੱਕ ਮਿਸ਼ਨ ਵੀ ਹੈਗਾ ਵੀ ਇੱਕ ਜਿਹੜੀ ਫਸਲ ਆ ਉਹ ਕਿਸਾਨ ਦੀ ਸਿਕਿਉਰਿਟੀ ਬਣੇ, ਤੇ ਜਿਹੜੀਆਂ ਵਿੱਚ ਉਹਦੇ ਫਸਲਾਂ ਹੈਗੀਆਂ, ਜਿਸ ਵੇਲੇ ਆਪਾਂ ਜੰਗਲ ਦਾ ਸਿਧਾਂਤ ਲਾਗੂ ਕਰਾਂਗੇ ਤਾਂ ਜਿਹੜੀਆਂ ਵਿੱਚ ਫਸਲਾਂ ਉਹਦੇ ਸਾਰੇ ਖਰਚੇ ਚੱਕਣ, ਚਾਹੇ ਉਹ ਫਸਲ ਬੀਜ ਕਿਹੜੀ ਸਕਦੇ ਨਾਲ ਆਪਾਂ? ਜਿੰਨੀਆਂ ਵੀ ਸੀਜ਼ਨਲ ਫਸਲਾਂ ਹੈਗੀਆਂ ਸਾਰੀਆਂ ਬੀਜ ਸਕਦੇ ਆ। ਉਹਦੇ ਵਿੱਚ ਤੁਸੀਂ ਆਇਲ ਸੀਡ ਵੀ ਕਰ ਸਕਦੇ ਹੋ, ਉਹਦੇ ਵਿੱਚ ਤੁਸੀਂ ਜਿੱਦਾਂ ਆਪਾਂ ਕਣਕ ਦੀ ਗੱਲ ਕਰਦੇ ਆ, ਉਹਦੇ ਵਿੱਚ ਤੁਸੀਂ ਦਾਲਾਂ ਵੀ ਕਰ ਸਕਦੇ ਹੋ, ਉਹਦੇ ਵਿੱਚ ਜਿੱਦਾਂ ਮੈਂਥਾ ਵੀ ਕਰ ਸਕਦੇ ਹੋ, ਉਹਦੇ ਵਿੱਚ ਤੁਸੀਂ ਜਿਹੜੇ ਹੈਗੇ ਆ ਜਿੱਦਾਂ ਜਿਹੜਾ ਮਸਾਲੇ ਵਗੈਰਾ ਉਹ ਵੀ ਕਰ ਸਕਦੇ ਹੋ, ਸਾਰਾ ਕੁਝ ਆ ਸਕਦਾ, ਨਾਲੇ ਲੱਗ ਸਕਦੀਆਂ ਸਾਰਾ ਕੁਝ ਨਾਲੇ ਲੱਗ ਸਕਦਾ। ਕਿਉਂਕਿ ਬਹੁਤਿਆਂ ਨੂੰ ਇਹ ਗੱਲ ਪਤਾ ਨਹੀਂ, ਉਹ ਸਿਰਫ ਕਣਕ ਝੋਨਾ ਹੀ ਤੱਕ ਹੀ ਸੀਮਤ ਰਹਿ ਗਈ। ਉਹ ਅਸੀਂ ਇੱਕ ਜਾਣੀ ਕਿ ਨਾ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ, ਈਵਨ ਸੰਸਾਰ ਪੱਧਰ ਤੇ, ਉਹ ਸਾਡੇ ਨਾਲ ਜਾਣੀ ਕਿ ਇਕਜੁੱਟ ਹੋ ਕੇ ਸਾਡੇ ਨਾਲ ਸਹਿਯੋਗ ਦੇ ਰਹੀਆਂ, ਤੇ ਉਹ ਜਾਣੀ ਪੈਂਫਲੇਟ ਬਹੁਤ ਵੱਡੇ ਪੱਧਰ ਤੇ ਡਿਸਟ੍ਰੀਬਿਊਟ ਕਰਨਗੇ। ਜਿਸ ਤਰ੍ਹਾਂ ਸ੍ਰੀ ਸਹਿਜ ਪਾਠ ਸੇਵਾ ਅੰਮ੍ਰਿਤਸਰ ਤੋਂ ਉਹ ਕਾਫੀ ਯਾਨੀ ਕਿ ਇੱਧਰ ਪਾਸੇ ਹੈਲਪ ਕਰ ਰਹੇ, ਬਾਕੀ ਹੋਰ ਵੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ, ਤੇ ਇਹਦੇ ਨਾਲ ਅਵੇਅਰਨੈਸ ਲੋਕਾਂ ਵਿੱਚ ਜਲਦੀ ਆ ਜਾਊਗੀ। ਲੋਕਾਂ ਨੂੰ ਅਵੇਅਰ ਕਰਨ ਵਾਸਤੇ ਜਾਂਦੇ ਜਾਂਦੇ ਪੰਜਾਬ 'ਚ ਪਾਣੀਆਂ ਦੀ ਗੱਲ ਕਰੀਏ ਤਾਂ ਪਾਣੀਆਂ ਦਾ ਪੱਧਰ ਲਗਾਤਾਰ ਘਟਦਾ ਜਾਂਦਾ। ਬਹੁਤੇ ਕਹਿੰਦੇ ਕਿ ਖੇਤੀ ਨੂੰ ਬਹੁਤ ਪਾਣੀ ਲੱਗਦਾ, ਕੀ ਇਹਦੇ ਨਾਲ ਪਾਣੀ ਵੀ ਬਚਤ ਹੋਊਗੀ? ਬਿਲਕੁਲ ਬਚਤ ਹੋਊਗੀ। ਜਿਸ ਤਰ੍ਹਾਂ ਜੇਕਰ ਆਪਾਂ ਪਾਣੀ ਦੀ ਗੱਲ ਕਰੀਏ, ਜਿਹੜਾ ਸਮਾਜ ਦਾ ਬੁੱਧੀਜੀਵੀ ਵਰਗ ਹੈ ਜਾਂ ਜਿਹੜੀਆਂ ਸਰਕਾਰਾਂ, ਉਹ ਪਾਣੀ ਬਾਰੇ ਕੀ ਕਹਿੰਦੀਆਂ? ਉਹ ਕਹਿੰਦੀਆਂ ਪਾਣੀ ਬਚਾਓ ਦੇਸ਼ ਬਚਾਓ, ਪਾਣੀ ਬਚਾਓ ਜੀਵਨ ਬਚਾਓ, ਤੀਜੀ ਸੰਸਾਰ ਜੰਗ ਲੱਗਣੀ ਆ ਪਾਣੀ ਦੀ ਕਮੀ ਦੇ ਖਾਤਰ ਲੱਗਣੀ ਆ। ਸਾਰੇ ਇਹ ਕਹਿੰਦੇ ਨੇ। ਜਿਹੜਾ ਸਾਡਾ ਗਰੁੱਪ ਆ, ਜਿਸ ਵੇਲੇ ਅਸੀਂ ਕਾਸ਼ਤਕਾਰੀ ਦੀ ਗੱਲ ਕਰਦੇ ਹਾਂ, ਖੇਤੀ ਦੀ ਗੱਲ ਕਰਦੇ ਹਾਂ, ਕਿਉਂ ਜ਼ਿਆਦਾ ਪਾਣੀ ਖੇਤੀ ਵਿੱਚ ਯੂਜ਼ ਹੁੰਦਾ ਨਾ, ਤੇ ਅਸੀਂ ਕਹਿੰਦੇ ਹੈਗੇ ਆ ਜਿਹੜਾ ਇੱਕ ਨਾਅਰਾ ਦਿੱਤਾ ਬੜਾ ਯਾਨੀ ਕਿ ਨਾ ਉਹ ਇੱਕ ਯੂਨੀਵਰਸਲ ਆ, ਅਸੀਂ ਕਹਿੰਦੇ ਹਾਂ ਪਾਣੀ ਤੋਂ ਬਚੋ, ਬਚਾਉਣ ਦੀ ਜ਼ਰੂਰਤ ਨਹੀਂ ਹੈਗੀ, ਇਹ ਤੋਂ ਬਚਣ ਦੀ ਜ਼ਰੂਰਤ ਹੈ। ਜਿਹੜੀ ਅਗਲੀ ਗੱਲ ਆ ਉਹ ਬਹੁਤ ਇੰਪੋਰਟੈਂਟ ਆ, ਰਸਾਇਣਕ ਖਾਦਾਂ ਤੋਂ ਆਪੇ ਬਚ ਜਾਓਗੇ। ਪਾਣੀ ਤੋਂ ਬਚੋ, ਰਸਾਇਣਕ ਖਾਦਾਂ ਤੋਂ ਆਪੇ ਬਚ ਜਾਓਗੇ। ਇਸ ਤਰ੍ਹਾਂ ਕਿਉਂ ਹੁੰਦਾ? ਜਿਸ ਤਰ੍ਹਾਂ ਜਿਹੜਾ ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਜੀਵਨ ਦੋ ਹਿੱਸਿਆਂ 'ਚ ਵੰਡ ਹੋ ਗਿਆ, ਇੱਕ ਬਨਸਪਤੀ ਜਗਤ, ਦੂਜਾ ਪਸ਼ੂ ਜਗਤ। ਜਿਹੜਾ ਪਸ਼ੂ ਜਗਤ ਆ ਉਹਨੂੰ ਕ੍ਰੀਏਟਰ ਨੇ ਜਾਂ ਪ੍ਰਮਾਤਮਾ ਨੇ ਥਾਂ ਬਦਲਣ ਦੀ ਯੋਗਤਾ ਦਿੱਤੀ ਹੈ, ਮੋਬਿਲਿਟੀ ਦਿੱਤੀ ਹੈ। ਜਿਹੜਾ ਬਨਸਪਤੀ ਜਗਤ ਇੱਕ ਜਗ੍ਹਾ ਖੜਾ, ਜਿਹੜਾ ਬਨਸਪਤੀ ਜਗਤ ਆ ਉਹਨੂੰ ਇੱਕ ਜਗ੍ਹਾ ਖੜਾ ਕਿਉਂ ਕੀਤਾ, ਤੇ ਜਿਹੜਾ ਹੈਗਾ ਪਸ਼ੂ ਜਗਤਾਂ ਨੂੰ ਮੋਬਿਲਿਟੀ ਕਿਉਂ ਦਿੱਤੀ? ਜਿਸ ਵਕਤ ਇਹ ਗੱਲ ਸਮਝ ਲੱਗ ਗਈ, ਸੋਝੀ ਆ ਗਈ, ਤਾਂ ਸਾਡੇ ਬਹੁਤ ਸਾਰੇ ਮਸਲੇ ਹੱਲ ਹੋਣਗੇ, ਤੇ ਸਾਡੀ ਜਿਹੜੀ ਕਾਸ਼ਤਕਾਰੀ ਆ ਉਹ ਬਹੁਤ ਹੀ ਉੱਚੇ ਮੁਕਾਮ ਤੇ ਪਹੁੰਚ ਜਾਊਗੀ। ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ। ਜੀ ਸਨ ਅਵਤਾਰ ਸਿੰਘ ਫਸਲਾਂ ਦੀ ਕਾਸ਼ਤਕਾਰੀ ਦੀ ਗੱਲ ਕਰਦੇ ਨੇ। ਸੋ ਫਸਲਾਂ ਬੀਜਣ ਦੀ ਗੱਲ ਤੇ ਉੱਤੇ ਪਾਣੀ ਬਚਣ ਦੀ ਜੋ ਗੱਲ, ਉਹ ਮੁਹਿੰਮ ਇਹਨਾਂ ਵੱਲੋਂ ਸ਼ੁਰੂ ਕੀਤੀ ਗਈ। ਹੁਣ ਦੇਖਣਾ ਹੋਵੇਗਾ ਆਮ ਲੋਕਾਂ ਤੱਕ ਇਹ ਮੈਸੇਜ ਕਿਸ ਤਰ੍ਹਾਂ ਜਾਂਦਾ, ਜਾਂ ਆਮ ਲੋਕ ਫਸਲੀ ਚੱਕਰ ਤੋਂ ਨਿਕਲ ਪਾਉਂਦੇ ਜਾਂ ਨਹੀਂ, ਆਉਣ ਵਾਲਾ ਸਮੇਂ ਦੱਸੇਗਾ। ਚੰਡੀਗੜ੍ਹ ਤੋਂ ਕੈਮਰਾ ਪਰਸਨ ਕਾਸ਼ਦੀਪ ਦੇ ਨਾਲ ਰਵੀ ਜੱਕੂ।